तू आपे दाता आपे भुगता जी, हों तुद बिन अवर ना जाना। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਤੁਸੀਂ ਆਪ ਹੀ ਦਾਤੇ ਹੋ ਤੇ ਆਪ ਹੀ ਲੈ ਕੇ ਭੁਗਤਾ ਦਾ ਅਰਥ ਹੈ ਛਕਣ ਵਾਲੇ ਹੋ। ਦੇਣ ਵਾਲੇ ਵਿੱਚ ਵੀ ਤੂੰ ਵਸ ਰਿਹਾ ਹੈ ਤੇ ਛਕਣ ਵਾਲੇ ਦੇ ਵਿੱਚ ਵੀ ਤੂੰ ਵਸ ਰਿਹਾ ਹੈ। ਹਾਂ ਤੁਧ ਬਿਨ ਅਵਰ ਨਾ ਜਾਣਾ, ਹੈ ਵਾਹਿਗੁਰੂ ਜੀ, ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਕਈ ਵਾਰ ਅਸੀਂ ਤੇ ਸੋਚਣ ਲੱਗ ਜਾਂਦੇ ਹਾਂ ਬਈ ਜੇ ਕਿਸੇ ਭਿਖਾਰੀ ਨੂੰ ਕੁਛ ਦਾਨ ਦੇ ਦਿੱਤਾ ਵੀ ਅਸੀਂ ਪਤਾ ਨਹੀਂ ਕੀ ਮਾਰ ਲਿਆ, ਸਾਡਾ ਜ਼ਮੀਨ ਤੇ ਪੈਰ ਨਹੀਂ ਲੱਗਦਾ। ਪਰ ਕਈ ਭਿਖਾਰੀ ਵੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਅਵਸਥਾ ਸਬਰ ਸ਼ੁਕਰ ਵਾਲੀ ਹੁੰਦੀ ਹੈ। ਉਹਨਾਂ ਨੂੰ ਵੇਖ ਕੇ ਬੜੇ ਬੜੇ ਅਮੀਰ ਤੇ ਰਾਜੇ ਵੀ ਚੁੱਕ ਜਾਂਦੇ ਨੇ। ਇੱਕ ਐਸਾ ਹੀ ਚਾਣਕ ਰਿਸ਼ੀ ਹੋਇਆ, ਬੜਾ ਸੰਤੋਖੀ ਬੰਦਾ ਸੀ ਔਰ ਕਈ ਦਿਨਾਂ ਤੋਂ ਭੁੱਖਾ ਜੰਗਲ ਦੇ ਵਿੱਚ ਬੈਠਾ ਤਪੱਸਿਆ ਕਰ ਰਿਹਾ ਹੈ। ਝੜੀ ਲੱਗੀ ਹੋਈ ਹੈ, ਕੋਈ ਪ੍ਰੇਮੀ ਲੰਗਰ ਪਾਣੀ ਲੈ ਕੇ ਵੀ ਨਾ ਪੁੱਜਿਆ, ਪਰ ਉਹ ਬੈਠ ਕੇ ਫਿਰ ਵੀ ਆਪਣਾ ਸ਼ੁਕਰ ਵਜਾ ਰਿਹਾ ਸੀ, ਵਾਹਿਗੁਰੂ ਦਾ ਸਿਮਰਨ ਕਰੀ ਜਾ ਰਿਹਾ ਸੀ। ਔਰ ਉਸ ਦੀ ਐਸੀ ਹਾਲਤ ਵੇਖ ਕੇ ਕਿਸੇ ਵਿਅਕਤੀ ਨੇ ਰਾਜੇ ਨੂੰ ਜਾ ਕੇ ਦੱਸ ਦਿੱਤਾ ਕਿ ਰਾਜਨ, ਤੇਰੇ ਘਰ ਦੇ ਵਿੱਚ ਧਰਮੀ ਬੰਦੇ ਭੁੱਖੇ ਮਰਨ, ਇਹ ਤੇਰੇ ਸਿਰ ਵੀ ਪਾਪ ਚੜਾਉਣ ਵਾਲੀ ਗੱਲ ਹੈ। ਤੈਨੂੰ ਐਸੇ ਬੰਦਿਆਂ ਦਾ ਜ਼ਰੂਰ ਫਿਕਰ ਰੱਖਣਾ ਚਾਹੀਦਾ। ਰਾਜੇ ਦੇ ਮਨ ਦੇ ਵਿੱਚ ਖਿਆਲ ਆਇਆ ਬਈ ਮੈਂ ਤੇ ਰਾਜਾ ਹਾਂ, ਮੇਰੇ ਕੋਲੇ ਕਿਸੇ ਪਦਾਰਥ ਦੀ ਮਾਇਆ ਦੀ ਕਮੀ ਨਹੀਂ ਹੈ। ਚਲੋ ਮੈਂ ਉਸ ਰਿਸ਼ੀ ਦੀ, ਮੈਂ ਉਸ ਮਹਾਂਪੁਰਖ ਦੀ ਕੋਈ ਸੇਵਾ ਕਰ ਸਕਾਂ, ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ। ਹੁਣ ਰਾਜਾ ਬਹੁਤ ਸੁੰਦਰ ਵਸਤਰ ਤੇ ਸੋਹਣੇ ਭੋਜਨ, ਹੋਰ ਸੁੰਦਰ ਭੇਟਾ ਲੈ ਕੇ ਚਾਣਕ ਰਿਸ਼ੀ ਦੇ ਕੋਲ ਪਹੁੰਚ ਗਿਆ। ਤੇ ਜਦੋਂ ਉਸ ਦੇ ਕੋਲ ਗਿਆ ਔਰ ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜ ਤੁਸੀਂ ਧਰਮੀ ਬੰਦੇ ਹੋ, ਮੈਨੂੰ ਪਤਾ ਲੱਗਿਆ ਹੈ ਤੁਸੀਂ ਬੜੇ ਗਰੀਬ ਹੋ, ਕਈ ਦਿਨਾਂ ਦੇ ਭੁੱਖੇ ਬੈਠੇ ਹੋ, ਤੁਹਾਡੇ ਕੋਲੇ ਪਹਿਨਣ ਦੇ ਲਈ ਵਸਤਰ ਵੀ ਨਹੀਂ ਹਨ, ਤੇ ਤੁਸੀਂ ਕਿਰਪਾ ਕਰੋ, ਆ ਮੈਂ ਤੁਹਾਡੇ ਲਈ ਸੁੰਦਰ ਵਸਤਰ ਤੇ ਸੁੰਦਰ ਭੋਜਨ ਪਦਾਰਥ ਲੈ ਕੇ ਆਇਆ ਹਾਂ, ਤੁਸੀਂ ਇਹਨਾਂ ਨੂੰ ਸਵੀਕਾਰ ਕਰੋ, ਇਹਨਾਂ ਨੂੰ ਵਰਤੋ ਔਰ ਛਕੋ ਛਕਾਓ, ਆਨੰਦ ਮੰਗਲ ਕਰੋ। ਰਾਜੇ ਦੇ ਮਨ ਦੇ ਵਿੱਚ ਕੁਝ ਹੰਕਾਰ ਬੋਲ ਰਿਹਾ ਸੀ ਤੇ ਉਹ ਚਾਣਕ ਰਿਸ਼ੀ ਨੇ ਆਖਿਆ, ਰਾਜਨ, ਇਹਨਾਂ ਪਦਾਰਥਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਐਸਾ ਸਬਰ ਤੇ ਸ਼ੁਕਰ ਬਖਸ਼ਿਸ਼ ਕੀਤਾ ਹੈ, ਐਸਾ ਇੱਕ ਨਾਮ ਦਾ ਤੋਸਾ ਤੇ ਸਿਫਤ ਸਲਾਹ ਦਾ ਬਸਤਰ ਬਖਸ਼ਿਸ਼ ਕੀਤਾ ਹੈ। ਅਸੀਂ ਹਮੇਸ਼ਾ ਲਈ ਤ੍ਰਿਪਤ ਹਾਂ, ਹਮੇਸ਼ਾ ਲਈ ਐਨ ਰੱਜੇ ਹੋਏ ਹਾਂ, ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ। ਇਹ ਗੱਲ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ। ਕਈ ਦਿਨਾਂ ਦਾ ਭੁੱਖਾ ਹੈ, ਬਸਤਰ ਵੀ ਅੱਛੇ ਪਹਿਨਣ ਵਾਸਤੇ ਕੋਲ ਨਹੀਂ, ਪਰ ਇਹ ਕਿਸ ਆਸਰੇ ਇੰਨਾ ਬੇਪਰਵਾਹ ਹੈ। ਬੜਾ ਮਨ ਦੇ ਵਿੱਚ ਹੈਰਾਨ ਹੋਇਆ। ਵਜ਼ੀਰਾਂ ਨੂੰ ਪੁੱਛਿਆ ਹੁਣ ਕੀ ਕੀਤਾ ਜਾਵੇ। ਉਹਨਾਂ ਨੇ ਵੀ ਬੇਨਤੀ ਕੀਤੀ, ਮਹਾਤਮਾ ਜੀ ਕੋਈ ਇਹ ਭੇਟਾ ਸਵੀਕਾਰ ਕਰੋ। ਪਰ ਉਹ ਕਹਿਣ ਲੱਗਾ, ਹੁਣ ਇੱਕ ਵਾਰੀ ਜੇ ਮੈਂ ਨਾ ਕਹਿ ਦਿੱਤੀ, ਹੁਣ ਬਿਲਕੁਲ ਤੁਹਾਡੀ ਕੋਈ ਭੇਟਾ ਸਵੀਕਾਰ ਨਹੀਂ ਹੋ ਸਕਦੀ। ਰਾਜਾ ਪੁੱਠੇ ਪੈਰੀ ਮੁੜਿਆ, ਮਨ ਵਿੱਚ ਸੋਚਦਾ ਜਾਂਦਾ, ਮੈਂ ਰਾਜਾ ਹਾਂ, ਇਹ ਇੱਕ ਫਕੀਰ ਹੈ, ਇਹਦੇ ਕੋਲ ਇਹੋ ਜਿਹੀ ਕਿਹੜੀ ਵਸਤੂ ਹੈ ਜਿਹਦੇ ਨਾਲ ਇੰਨਾ ਬੇਪਰਵਾਹ ਹੋਇਆ ਬੈਠਾ ਹੈ। ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ। ਅਖੀਰ ਆਪਣੀ ਮਹਿਲਾਂ ਵਿੱਚ ਆਇਆ, ਰਾਣੀ ਨੂੰ ਆ ਕੇ ਦੱਸਿਆ, ਕਹਿਣ ਲੱਗਾ, ਐ ਰਾਣੀ, ਅੱਜ ਮੈਂ ਇਹੋ ਜਿਹਾ ਇੱਕ ਫਕੀਰ ਦੇਖਿਆ ਜਿਹਦੇ ਸਾਹਮਣੇ ਰਾਜੇ ਵੀ ਨੀਵੀਂ ਪਾ ਜਾਂਦੇ ਨੇ, ਰਾਜੇ ਵੀ ਆਪਣੇ ਆਪ ਨੂੰ ਭਿਖਾਰੀ ਸਮਝਣ ਲੱਗ ਜਾਂਦੇ ਨੇ। ਮੈਂ ਇਸ ਗੱਲ ਤੇ ਹੈਰਾਨ ਆ, ਉਹਦੇ ਕੋਲੇ ਨਾ ਖਾਣ ਲਈ ਕੁਛ ਹੈ, ਨਾ ਪਹਿਨਣ ਦੇ ਲਈ ਉਹਦੇ ਕੋਲੇ ਕੁਛ ਹੈ, ਪਤਾ ਨਹੀਂ ਇੰਨਾ ਬੇਪਰਵਾਹ ਕਿਉਂ ਹੈ। ਮੈਂ ਭੇਟਾ ਵੀ ਲੈ ਕੇ ਗਿਆ, ਪਰ ਉਸਨੇ ਬੜੀ ਬੇਪਰਵਾਹੀ ਨਾਲ ਜਵਾਬ ਦੇ ਦਿੱਤਾ, ਮੈਨੂੰ ਕਿਸੇ ਵਸਤੂ ਦੀ ਲੋੜ ਹੀ ਨਹੀਂ, ਮੈਨੂੰ ਰੱਬ ਨੇ ਬਥੇਰਾ ਕੁਛ ਦਿੱਤਾ ਹੋਇਆ। ਰਾਣੀ ਇਹ ਗੱਲ ਸੁਣ ਕੇ ਰਾਜੇ ਨੂੰ ਕਹਿਣ ਲੱਗੀ, ਰਾਜਨ, ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਪਾਸ ਇੱਕ ਬੜੀ ਹੀ ਕੀਮਤੀ ਦੌਲਤ ਹੁੰਦੀ ਹੈ, ਜਿਹਦੇ ਸਾਹਮਣੇ ਆ ਤੇਰੀ ਜਿਹੜੀ ਦੌਲਤ ਹੈ ਇਹ ਤੇ ਬਿਲਕੁਲ ਤੁਛ ਮਾਤਰ ਹੈ।
ਉਹਨਾਂ ਦੇ ਕੋਲੇ ਐਸੀ ਇੱਕ ਵਾਹਿਗੁਰੂ ਦੀ ਨਾਮ ਦੀ ਹੀਰੇ ਮੋਤੀਆਂ ਦੀ ਦੌਲਤ ਹੁੰਦੀ ਹੈ, ਜਿਹਦੇ ਸਾਹਮਣੇ ਆ ਤੇਰੇ ਜਿਹੜੇ ਹੀਰੇ ਮੋਤੀ ਨੇ ਕੱਚ ਦੇ ਹੀ ਹੀਰੇ ਮੋਤੀ ਜਾਪਦੇ ਨੇ। ਇਸ ਲਈ ਜਿਹੜੇ ਐਸੇ ਮਹਾਂਪੁਰਖ ਨੇ ਉਹਨਾਂ ਦੇ ਕੋਲੇ ਕੁਛ ਦੇਣ ਵਾਸਤੇ ਨਹੀਂ, ਲੈਣ ਵਾਸਤੇ ਜਾਈਦਾ। ਵੱਡੇ ਹੋ ਕੇ ਨਹੀਂ, ਛੋਟੇ ਹੋ ਕੇ ਜਾਈਦਾ। ਔਰ ਉੱਥੇ ਹੰਕਾਰ ਦੇ ਵਿੱਚ ਨਹੀਂ, ਨਿਮਾਣੇ ਹੋ ਕੇ ਜਾਈਦਾ। ਫਿਰ ਉੱਥੋਂ ਬਹੁਤ ਕੁਝ ਮਿਲਦਾ ਹੈ। ਰਾਜੇ ਨੂੰ ਸਮਝ ਆ ਗਈ ਤੇ ਰਾਜਾ ਦੂਸਰੇ ਦਿਨ ਨਿਮਾਣਾ ਹੋ ਕੇ, ਨਿਮਰਤਾ ਨੂੰ ਧਾਰਨ ਕਰਕੇ ਰੁੱਖਾ ਮਿੱਸਾ ਕੁਝ ਪ੍ਰਸ਼ਾਦ ਲਿਆ ਹੈ। ਫਿਰ ਉਸ ਰਿਸ਼ੀ ਦੇ ਪਾਸ ਆਇਆ ਤੇ ਹੁਣ ਰਾਜਾ ਉਹ ਰਾਜਾ ਨਹੀਂ ਸੀ ਜਿਹੜਾ ਕੱਲ ਆਇਆ ਸੀ, ਹੁਣ ਬਿਲਕੁਲ ਬਦਲਿਆ ਹੋਇਆ। ਆ ਕੇ ਉਸ ਮਹਾਤਮਾ ਦੇ ਚਰਨਾਂ ਤੇ ਨਮਸਕਾਰ ਕੀਤੀ। ਕਹਿਣ ਲੱਗਾ, ਮਹਾਂਪੁਰਖੋ, ਤੁਹਾਡੇ ਤੇ ਬੜੀ ਮਾਲਕ ਦੀ ਕਿਰਪਾ ਹੈ। ਮੈਂ ਤੇ ਤੁਹਾਡੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਇਆ। ਕਿਰਪਾ ਕਰੋ, ਮੈਨੂੰ ਮੇਰੇ ਲਈ ਕੁਛ ਅਰਦਾਸ ਕਰੋ, ਮੇਰੇ ਲਈ ਕੁਛ ਦੁਆ ਕਰੋ। ਮਹਾਤਮਾ ਚੁਣਕ ਰਿਸ਼ੀ ਉਸ ਰਾਜੇ ਨੂੰ ਵੇਖ ਕੇ ਕਹਿਣ ਲੱਗੇ, ਉਹ ਇੱਕ ਪਾਸੇ ਤੂੰ ਕਹਿੰਦਾ ਮੈਂ ਰਾਜਾ ਹਾਂ ਤੇ ਤੂੰ ਹੁਣ ਸਾਡੇ ਕੋਲੋਂ ਕੀ ਲੈਣ ਵਾਸਤੇ ਆਇਆ? ਸਾਡੇ ਕੋਲੇ ਹੈ ਕੀ ਫਕੀਰਾਂ ਦੇ ਕੋਲ? ਕਹਿਣ ਲੱਗਾ, ਸੱਚੇ ਪਾਤਸ਼ਾਹ, ਜਿਹੜਾ ਕੋਈ ਤੁਹਾਡੇ ਕੋਲ ਹੈ ਉਹ ਮੇਰੇ ਕੋਲ ਨਹੀਂ ਹੈ। ਜਦੋਂ ਸਮਝ ਆ ਜਾਵੇ ਫੇਰ ਹੀ ਇਹ ਗੱਲਾਂ ਦਾ ਗਿਆਨ ਹੁੰਦਾ। ਕਹਿਣ ਲੱਗਾ, ਮਹਾਰਾਜ, ਜੋ ਕੁਝ ਤੁਹਾਡੇ ਕੋਲ ਹੈ ਮੇਰੇ ਕੋਲ ਨਹੀਂ ਹੈ। ਕਿਰਪਾ ਕਰੋ, ਮੇਰੀ ਝੋਲੀ ਵਿੱਚ ਵੀ ਖੈਰ ਪਾਓ। ਤਾਂ ਉਸ ਵੇਲੇ ਮਹਾਂਪੁਰਖ ਹੱਸ ਪਏ। ਕਹਿਣ ਲੱਗੇ, ਕੱਲ ਤੂੰ ਦਾਤਾ ਬਣ ਕੇ ਆਇਆ ਸੀ, ਅੱਜ ਤੂੰ ਭਿਖਾਰੀ ਬਣ ਕੇ ਆਇਆ। ਅੱਛਾ, ਹੁਣ ਜੇ ਤੂੰ ਭਿਖਾਰੀ ਬਣ ਕੇ ਆਇਆ, ਦੱਸ ਤੇਰੀ ਮੰਗ ਕੀ ਹੈ? ਕਹਿੰਦਾ, ਮਹਾਰਾਜ, ਮੇਰਾ ਰਾਜ ਤੇਜ ਹੁਣ ਵੀ ਬੇਅੰਤ ਹੈ, ਪਰ ਇਸ ਦੇ ਨਾਲੋਂ ਵੀ ਹੋਰ ਵੱਧ ਹੋਵੇ, ਇਹ ਮੈਂ ਤੁਹਾਡੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਇਆ ਹਾਂ। ਮਹਾਤਮਾ ਕਹਿਣ ਲੱਗੇ, ਭਲਿਆ ਲੋਕਾ, ਜੇ ਇੰਨਾ ਕੁਛ ਲੈ ਕੇ ਵੀ ਤੂੰ ਰੱਜਿਆ ਨਹੀਂ, ਜੇ ਇਸ ਤੋਂ ਦੁੱਗਣਾ ਤਿੱਗਣਾ ਚੌਗਣਾ ਵੀ ਹੋਰ ਮਿਲ ਗਿਆ ਤਾਂ ਵੀ ਤੇਰਾ ਮਨ ਤੇ ਰੱਜਣਾ ਨਹੀਂ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਤੂੰ ਕਿਉਂ ਇਸ ਪਾਸੇ ਤੁਰਿਆ ਹੋਇਆ? ਤੂੰ ਰੱਬ ਦਾ ਨਾਮ ਜਪ, ਫਿਰ ਤੂੰ ਵੀ ਬੇਪਰਵਾਹ ਹੋ ਸਕਦਾ। ਤੈਨੂੰ ਰਾਜ ਦੇ ਵਿੱਚ ਵੀ ਜੇ ਪਰਮੇਸ਼ਰ ਚੇਤੇ ਆਉਣ ਲੱਗ ਜਾਵੇ ਤੇ ਤੂੰ ਇਸ ਦੁਨੀਆ ਦਾ ਹੀ ਰਾਜਾ ਨਹੀਂ, ਦਰਗਾਹ ਦਾ ਵੀ ਰਾਜਾ ਬਣ ਸਕਦਾ। ਪਰ ਸਿਮਰਨ ਕਰਿਆ ਕਰ। ਇਹ ਸਿੱਖਿਆ ਬਖਸ਼ੀ। ਹਜ਼ੂਰ ਇੱਥੇ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਦਾਤੇ ਹੋ, ਆਪ ਹੀ ਲੈ ਕੇ ਛਕਣ ਵਾਲੇ ਹੋ। ਅਸੀਂ ਤੁਹਾਡੇ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਹਾਂ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਹੇ ਵਾਹਿਗੁਰੂ ਜੀ, ਤੁਸੀਂ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੋ, ਬੇਅੰਤ ਗੁਣਾਂ ਦੇ ਮਾਲਕ ਹੋ, ਬੇਅੰਤ ਸ਼ਕਤੀਆਂ ਦੇ ਭੰਡਾਰ ਹੋ। ਤੇਰੇ ਕਿਆ ਗੁਣ ਆਖ ਵਖਾਣਾ। ਮਹਾਰਾਜ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਆਪਣੇ ਮੁਖ ਤੋਂ ਉਚਾਰਨ ਕਰਾਂ? ਤੁਹਾਡੇ ਗੁਣ ਬੇਅੰਤ ਨੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਹਜ਼ੂਰ ਨਿਮਰਤਾ ਨਾਲ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਪਾਰ ਬ੍ਰਹਮ ਸਰੂਪ ਹੋ, ਬੇਅੰਤ ਤੋਂ ਬੇਅੰਤ ਹੋ। ਮੈਂ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਮੁਖੋਂ ਆਖ ਸਕਦਾ? ਭਾਵ ਮੇਰੀ ਤੇ ਜ਼ੁਬਾਨ ਇੱਕ ਹੈ, ਤੁਹਾਡੇ ਗੁਣ ਬੇਅੰਤ ਨੇ। ਮੈਂ ਇੱਕ ਰਸਨਾ ਤੋਂ ਤੁਹਾਡੇ ਕਿਹੜੇ ਕਿਹੜੇ ਗੁਣ ਆਖਾਂ, ਮੈਂ ਆਖ ਹੀ ਨਹੀਂ ਸਕਦਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹੇ ਵਾਹਿਗੁਰੂ ਜੀ, ਜਿਹੜੇ ਸੰਤ ਭਗਤ ਲੋਕ ਆਪ ਜੀ ਦੀ ਸੇਵਾ ਕਰਦੇ ਨੇ। ਸੇਵਾ ਕੀ ਹੈ? ਸਿਮਰਨ ਕਰਨਾ, ਨਾਮ ਜਪਣਾ, ਉਸ ਮਾਲਕ ਨੂੰ ਯਾਦ ਕਰਨਾ, ਇਹੀ ਉਸ ਦੀ ਸੇਵਾ ਹੈ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਅਥਵਾ ਧੁਰ ਕੀ ਸੇਵਾ ਰਾਮ ਰਵੀਜੈ। ਵਾਹਿਗੁਰੂ ਦਾ ਨਾਮ ਜਪਣਾ ਉਹਦੀ ਸੇਵਾ ਹੈ। ਹੇ ਵਾਹਿਗੁਰੂ ਜੀ, ਜੋ ਸੰਤ ਭਗਤ ਲੋਕ ਤੁਹਾਡੀ ਸੇਵਾ ਕਰਦੇ ਨੇ, ਤੁਹਾਡੀ ਭਗਤੀ ਕਰਦੇ ਨੇ, ਤੁਹਾਡਾ ਸਿਮਰਨ ਕਰਦੇ ਹਨ, ਜਨ ਨਾਨਕ ਤਿਨ ਕੁਰਬਾਨਾ। ਤੇ ਮਹਾਰਾਜ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ, ਬਲਿਹਾਰ ਜਾਨਾ ਹਾਂ। ਹਾਉ ਕੁਰਬਾਨਾ ਜਾਉ ਮਿਹਰਵਾਨਾ, ਹਾਉ ਕੁਰਬਾਨਾ ਜਾਉ, ਹਾਉ ਕੁਰਬਾਨਾ ਜਾਉ ਤਿਨਾ ਕੈ। ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਾਉ ਸਦ ਕੁਰਬਾਨਾ ਜਾਉ।
ਤਨਾਸਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਤੂਰ। ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਜਿਹੜੇ ਹਰ ਵੇਲੇ ਤੇਰੀ ਸੇਵਾ ਤੇਰੀ ਬੰਦਗੀ ਕਰਦੇ ਰਹਿੰਦੇ ਹਨ। ਹਰ ਧਿਆਵ ਹੈ ਤੁਝੀ, ਸੇ ਜਨ ਜੁਗ ਮੈਂ ਸੁਖ ਵਾਸੀ। ਹੇ ਵਾਹਿਗੁਰੂ ਜੀ, ਜਿਹੜੇ ਸੰਤ ਭਗਤ ਲੋਕ ਆਪ ਜੀ ਨੂੰ ਧਿਆਉਂਦੇ ਨੇ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤੁਹਾਡਾ ਸਿਮਰਨ ਕਰਦੇ ਹਨ, ਸੇ ਜਨ ਜੁਗ ਮੈਂ ਸੁਖ ਵਾਸੀ। ਉਹ ਜਨ ਗੁਰਮੁਖ ਪਿਆਰੇ ਸਾਰੇ ਹੀ ਯੁਗਾਂ ਦੇ ਵਿੱਚ ਸੁਖ ਵਿੱਚ ਵਸਦੇ ਨੇ। ਯੁਗ ਚਾਹੇ ਕੋਈ ਵੀ ਹੋਵੇ, ਜ਼ਮਾਨਾ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਹਾਂ ਜਿਹੜੇ ਤੇਰੇ ਪਿਆਰੇ ਸਿਮਰਨ ਕਰਦੇ ਨੇ ਉਹ ਹਮੇਸ਼ਾ ਲਈ ਸੁਖ ਵਿੱਚ ਵਸਦੇ ਹਨ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤੈਨ ਟੂਟੀ ਜਮ ਕੀ ਫਾਸੀ। ਹੇ ਵਾਹਿਗੁਰੂ ਜੀ, ਜਿਨ੍ਹਾਂ ਨੇ ਆਪ ਜੀ ਨੂੰ ਧਿਆਇਆ ਹੈ, ਮਨ ਕਰਕੇ ਆਪ ਜੀ ਨੂੰ ਚੇਤੇ ਕੀਤਾ ਹੈ, ਉਹ ਪਹਿਲਾਂ ਵੀ ਸੰਤ ਭਗਤ ਗੁਰਮੁਖ ਪਿਆਰੇ ਬੇਅੰਤ ਮੁਕਤ ਹੋਏ ਨੇ ਤੇ ਹੁਣ ਵੀ ਹੋ ਰਹੇ ਨੇ, ਅੱਗੇ ਲਈ ਵੀ ਹੋਣਗੇ। ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹ ਪਹਿਲਾਂ ਵੀ ਮੁਕਤ ਹੋਏ ਨੇ, ਹੁਣ ਵੀ ਹੋ ਰਹੇ ਨੇ, ਅੱਗੇ ਲਈ ਵੀ ਹੋਣਗੇ। ਤੈਨ ਟੂਟੀ ਜਮ ਕੀ ਫਾਸੀ, ਮਹਾਰਾਜ ਉਹਨਾਂ ਦੀ ਜਮਾਂ ਦੀ ਫਾਹੀ ਵੀ ਟੁੱਟ ਗਈ ਹੈ। ਕਿਉਂਕਿ ਜਦੋਂ ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਉਹ ਕਾਲ ਦੀ ਫਾਹੀ ਤੋਂ ਬਚ ਜਾਂਦੇ ਹਨ। ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਹੇ ਨਿਰਭਉ ਸਰੂਪ ਵਾਹਿਗੁਰੂ ਜੀ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਨੇ ਮੂਲ ਮੰਤਰ ਦੇ ਵਿੱਚ ਵੀ ਨਿਰਭਉ ਨਿਰਵੈਰ ਸ਼ਬਦ ਨਾਲ ਸੰਬੋਧਨ ਕੀਤਾ ਹੈ। ਨਿਰਭੈਤਾ ਵਾਹਿਗੁਰੂ ਪਰਮੇਸ਼ਰ ਦਾ ਵੱਡਾ ਗੁਣ ਹੈ। ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤ ਆਨ, ਇਹ ਸਿੱਖੀ ਦਾ ਸਿਧਾਂਤ ਹੈ। ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ। ਹਜ਼ੂਰ ਕਹਿੰਦੇ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਜਿਨ੍ਹਾਂ ਨੇ ਉਸ ਨਿਰਭਉ ਸਰੂਪ ਅਕਾਲ ਪੁਰਖ ਨੂੰ ਮਨ ਕਰਕੇ ਧਿਆਇਆ ਹੈ, ਹਾਂ ਜਿਨ੍ਹਾਂ ਨੇ ਉਸ ਨਿਰਭਉ ਸਰੂਪ ਅਕਾਲ ਪੁਰਖ ਨੂੰ ਰਸਨਾ ਦੁਆਰਾ ਵੀ ਧਿਆਇਆ ਹੈ, ਤਿਨ ਕਾ ਭਉ ਸਭ ਗਵਾਸੀ, ਉਹਨਾਂ ਦਾ ਸਾਰਾ ਹੀ ਡਰ ਭਉ ਵਾਹਿਗੁਰੂ ਦੂਰ ਕਰ ਦਿੰਦਾ ਹੈ। ਇਹਦਾ ਮਤਲਬ ਇਹ ਹੈ ਉਸ ਨਿਰਭਉ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਸਾਰੇ ਪੈ ਦੂਰ ਹੁੰਦੇ ਨੇ। ਇੱਕ ਥਾਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਏ ਨੇ, ਪ੍ਰਭ ਕੀ ਸਾਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਸ਼ਰਨ ਲਈ ਹੈ, ਉਹਨਾਂ ਦੇ ਸਾਰੇ ਪੈ ਸਾਰੇ ਡਰ ਵਾਹਿਗੁਰੂ ਦੂਰ ਕਰ ਦਿੰਦਾ ਹੈ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਨ ਸੇਵਿਆ ਮੇਰਾ ਹਰ ਜੀ। ਗੁਰਮੁਖੋ, ਜਿਨ੍ਹਾਂ ਨੇ ਉਸ ਮੇਰੇ ਅਕਾਲ ਪੁਰਖ ਜੀ ਨੂੰ, ਜਿਨ੍ਹਾਂ ਨੇ ਉਸ ਸਰਬ ਸ਼ਕਤੀਮਾਨ ਵਾਹਿਗੁਰੂ ਜੀ ਨੂੰ ਸੇਵਿਆ ਹੈ, ਤਨ ਕਰਕੇ ਸੇਵਿਆ ਹੈ, ਮਨ ਕਰਕੇ ਵੀ ਸੇਵਿਆ ਹੈ, ਤੇ ਹਰ ਹਰ ਰੂਪ ਸਮਾਸੀ, ਤੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੂਪ ਦੇ ਵਿੱਚ ਹੀ ਸਮਾ ਗਏ। ਜਿਵੇਂ ਪਤੰਗਾ ਦੀਵੇ ਦੀ ਲਾਟ ਤੋਂ ਕੁਰਬਾਨ ਹੋ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਸੇਵਾ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਤੇ ਆਖਰ ਉਸ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕੀਤੀ, ਐਸੀ ਸੇਵਾ ਕੀਤੀ ਤੇ ਅਖੀਰ ਪਾਈ ਲੈਣੇ ਤੋਂ ਗੁਰੂ ਅੰਗਦ ਦੇਵ ਹੀ ਬਣ ਗਏ ਤੇ ਹਰ ਹਰ ਰੂਪ ਸਮਾਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ, ਗੁਰਸਿੱਖੋ, ਜੇ ਕਿਸੇ ਨੇ ਮੇਰੇ ਦਰਸ਼ਨ ਕਰਨੇ ਨੇ ਤੇ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਕਰੋ। ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚੋਂ ਹੀ ਮੇਰਾ ਦਰਸ਼ਨ ਹੋਵੇਗਾ ਤੇ ਹਰ ਹਰ ਰੂਪ ਸਮਾਸੀ। ਇਉਂ ਜਿਹੜੇ ਭਾਈ ਵਾਹਿਗੁਰੂ ਦੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ ਤੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ,
ਉਹ ਆਖਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਹੀ ਸਮਾ ਜਾਂਦੇ ਹਨ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀ, ਉਹ ਧਨ ਹਨ, ਉਹ ਧਨ ਹਨ ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਇਆ ਹੈ। ਜਨ ਨਾਨਕ ਤਿਨ ਬਲ ਜਾਸੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਉਹਨਾਂ ਗੁਰਮੁਖਾਂ ਤੋਂ, ਉਹਨਾਂ ਸੰਤਾਂ ਭਗਤਾਂ ਤੋਂ, ਉਹਨਾਂ ਗੁਰਮੁਖਾਂ ਪਿਆਰਿਆਂ ਤੋਂ ਬਲਿਹਾਰ ਜਾਨਾ ਹਾਂ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਲਓ ਹੁਣ ਪਿੱਛੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ 9 ਨਿਧੀਆਂ ਦੇ 18 ਸਿੱਧੀਆਂ ਦੇ ਖਜ਼ਾਨੇ ਆਪਣੇ ਹੱਥ ਤੇ ਰੱਖੇ ਹੋਏ ਨੇ। ਪਰ ਇਹਦੇ ਨਾਲ ਨਾਲ ਸਭ ਤੋਂ ਕੀਮਤੀ ਦੌਲਤ ਕਿਹੜੀ ਹੈ? ਉਹ ਹੈ ਵਾਹਿਗੁਰੂ ਦੀ ਭਗਤੀ ਦੀ। ਹੁਣ ਹਜ਼ੂਰ ਕਹਿੰਦੇ ਨੇ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤ। ਹੈ ਵਾਹਿਗੁਰੂ ਜੀ, ਆਪ ਜੀ ਦੀ ਜਿਹੜੀ ਨਵਦਾ ਭਗਤੀ ਹੈ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਬਨ ਵੇਦਨ ਜਾਨ। ਇਹ ਨਵਦਾ ਭਗਤੀ ਹੈ, ਇਹਦੇ ਵੀ ਬੇਅੰਤ ਭੰਡਾਰੇ ਭਰੇ ਹੋਏ ਨੇ ਤੇਰੇ ਪਾਸ। ਤੇ ਇਸ ਦੇ ਨਾਲ ਹੀ ਜਿਹੜੀ ਆਪ ਜੀ ਦੀ ਪ੍ਰੇਮਾ ਭਗਤੀ ਹੈ, ਪ੍ਰੇਮਾ ਭਗਤੀ ਨਵਦਾ ਭਗਤੀ ਤੋਂ ਵੱਖਰੀ ਹੈ ਤੇ ਨਵਦਾ ਭਗਤੀ ਨਾਲੋਂ ਮਹਾਨ ਹੈ। ਹਜ਼ੂਰ ਕਹਿੰਦੇ, ਹੈ ਵਾਹਿਗੁਰੂ ਜੀ, ਵੀ ਨਵਦਾ ਭਗਤੀ ਦੇ ਵੀ, ਤੇਰੀ ਨਵਦਾ ਭਗਤੀ ਦੇ ਵੀ ਬੇਅੰਤ ਭੰਡਾਰ ਭਰੇ ਹੋਏ ਨੇ, ਤੇ ਨਾਲ ਜਿਹੜੀ ਤੇਰੀ ਪ੍ਰੇਮਾ ਭਗਤੀ ਹੈ ਉਹਦੇ ਵੀ ਬੇਅੰਤ ਖਜ਼ਾਨੇ ਤੇਰੇ ਪਾਸ ਭਰੇ ਹੋਏ ਹਨ। ਤੇਰੇ ਭਗਤ ਸਾਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਲਓ ਹਜ਼ੂਰ ਕਹਿੰਦੇ ਨੇ, ਹੈ ਵਾਹਿਗੁਰੂ ਜੀ, ਤੇਰੇ ਅਨਕ ਦਾ ਅਰਥ ਹੈ ਅਨੇਕਾਂ ਹੀ ਭਗਤ ਪਹਿਲਾਂ ਤੈਨੂੰ ਸਲਾਉਂਦੇ ਸਨ, ਤੇ ਅਨੇਕਾਂ ਹੀ ਸੰਤ ਭਗਤ ਲੋਕ ਹੁਣ ਤੈਨੂੰ ਸਲਾਹ ਰਹੇ ਹਨ। ਜਿਵੇਂ ਸੋਦਰ ਦੀ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਖਿਆ ਸੀ, ਗਾਵਨ ਤੁਧ ਨੂੰ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਜਿਹੜੇ ਤੇਰੇ ਸੰਤ ਭਗਤ ਲੋਕ ਨੇ ਉਹ ਪਹਿਲਾਂ ਵੀ ਤੈਨੂੰ ਸਲਾਹੁੰਦੇ ਸਨ, ਹੈ ਵਾਹਿਗੁਰੂ ਜੀ, ਤੇ ਬੇਅੰਤ ਹੁਣ ਵੀ ਸਲਾਹ ਰਹੇ ਨੇ। ਤੇ ਅਨੰਤਾ ਦਾ ਅਰਥ ਹੈ ਬੇਅੰਤ ਅੱਗੇ ਨੂੰ ਵੀ ਆਪ ਜੀ ਨੂੰ ਸਲਾਹੁਣਗੇ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ। ਹੇ ਵਾਹਿਗੁਰੂ ਜੀ, ਬਹੁਤ ਸਾਰੇ ਐਸੇ ਵੀ ਲੋਕ ਨੇ ਤੇਰੀ ਅਨ ਕਰਹਿ ਹਰ ਪੂਜਾ ਜੀ। ਹੇ ਵਾਹਿਗੁਰੂ ਜੀ, ਤੇਰੀ ਜਿਹੜੀ ਅਨੇਕ ਪ੍ਰਕਾਰ ਦੀ ਪੂਜਾ ਹੈ, ਪੂਜਾ ਖੋੜਸ ਪ੍ਰਕਾਰ ਦੀ 16 ਪ੍ਰਕਾਰ ਦੀ ਮੰਨੀ ਗਈ ਹੈ, ਪਰ ਸਤਿਗੁਰੂ ਕਹਿੰਦੇ ਨਹੀਂ, ਅਨੇਕਾਂ ਪ੍ਰਕਾਰ ਦੀ ਤੇਰੀ ਪੂਜਾ ਹੈ। ਜਿਹੜੇ ਪੂਜਾ ਕਰਨ ਵਾਲੇ ਪੁਜਾਰੀ ਲੋਕ ਨੇ, ਕਈ ਕੋਟ ਹੋਏ ਪੁਜਾਰੀ, ਉਹ ਵੀ ਕਈ ਕਰੋੜਾਂ ਨੇ। ਤੇਰੀ ਅਨ ਕਰਹਿ ਹਰ ਪੂਜਾ ਜੀ। ਇਹ ਵਾਹਿਗੁਰੂ ਜੀ, ਅਨੇਕਾਂ ਜਿਹੜੇ ਪੁਜਾਰੀ ਲੋਕ ਪਹਿਲਾਂ ਤੇਰੀ ਪੂਜਾ ਕਰਦੇ ਸਨ, ਤੇ ਅਨੇਕਾਂ ਪੁਜਾਰੀ ਲੋਕ ਹੁਣ ਵੀ ਤੇਰੀ ਪੂਜਾ ਕਰਦੇ ਨੇ, ਤੇ ਹੁਣ ਵੀ ਬਹੁਤ ਸਾਰੇ ਤੇਰੇ ਉਪਾਸ਼ਕ ਤੇਰੀ ਪੂਜਾ ਕਰਦੇ ਨੇ, ਅੱਗੇ ਨੂੰ ਵੀ ਕਰਨਗੇ। ਤਪ ਤਾਪਹਿ ਜਪੈ ਬੇਅੰਤਾ। ਹੈ ਵਾਹਿਗੁਰੂ ਜੀ, ਬੇਅੰਤ ਐਸੇ ਤਪਸਵੀ ਨੇ ਜਿਹੜੇ ਤਪ ਕਰ ਰਹੇ ਨੇ, ਤੇ ਨਾਲ ਹੀ ਜਪ ਹੈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਉਹ ਕਿਸ ਲਈ? ਬਈ ਤੈਨੂੰ ਮਿਲ ਜਾਈਏ, ਤੇਰੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਈਏ, ਇਸ ਇੱਛਾ ਨੂੰ ਲੈ ਕੇ ਤੇ ਬਹੁਤ ਸਾਰੇ ਪੁਜਾਰੀ ਲੋਕ ਪੂਜਾ ਕਰ ਰਹੇ ਨੇ, ਤਪਸਵੀ ਲੋਕ ਤਪ ਕਰ ਰਹੇ ਨੇ, ਤੇ ਜਾਪੀਏ ਲੋਕ ਬੇਅੰਤ ਤੇਰਾ ਨਾਮ ਜਪ ਰਹੇ ਹਨ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੱਚੇ ਪਾਤਸ਼ਾਹ, ਬਹੁਤ ਸਾਰੇ ਐਸੇ ਹੋਰ ਵੀ ਪੰਡਤ ਲੋਕ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਅਨੇਕਾਂ ਹੀ ਹਨ। ਤੇਰੇ ਅਨੇਕਾਂ ਹੀ ਜਿਹੜੇ ਵਿਦਵਾਨ ਪੰਡਤ ਲੋਕ ਨੇ, ਪੜ੍ਹੈ ਬਹੁ ਸਿਮਰਤ ਸ਼ਾਸਤਰ ਜੀ। ਉਹ ਸਿਮਰਤੀਆਂ ਤੇ ਸ਼ਾਸਤਰਾਂ ਨੂੰ, ਸ਼ਾਸਤਰ ਧਰਮ ਗ੍ਰੰਥਾਂ ਨੂੰ ਕਹਿੰਦੇ ਨੇ, ਤੇ ਸਿਮਰਤੀਆਂ ਜਿਨ੍ਹਾਂ ਦੇ ਵਿੱਚ ਕਰਮ ਕਾਂਡ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ, ਵੀ ਆਹ ਕੰਮ ਕਰਨੇ ਆ ਨਹੀਂ ਕਰਨੇ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਪੰਡਤ ਲੋਕ ਨੇ ਸੱਚੇ ਪਾਤਸ਼ਾਹ, ਉਹ ਆਪ ਜੀ ਦੇ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੀਆਂ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜ੍ਹਦੇ ਨੇ। ਪਹਿਲਾਂ ਵੀ ਪੜ੍ਹਦੇ ਸਨ, ਹੁਣ ਵੀ ਅਨੇਕਾਂ ਪੰਡਤ ਲੋਕ ਪੜ੍ਹ ਰਹੇ ਨੇ, ਤੇ ਅੱਗੇ ਨੂੰ ਵੀ ਪੜ੍ਹਨਗੇ। ਕਰ ਕਿਰਿਆ ਖਟ ਕਰਮ ਕਰੰਤਾ, ਤੇ ਨਾਲ ਹੀ ਉਹ ਕਰਮ ਕਾਂਡ ਦੀ ਦੱਸੀ ਕਿਰਿਆ ਨੂੰ ਵੀ ਕਰਦੇ ਨੇ।
ਤੇ ਖਟ ਕਰਮ ਕਰਾਂਤਾ। ਜਿਹੜੇ ਖਟ ਕਰਮ ਨੇ, ਜਿਹੜਾ ਹਿੰਦੂ ਧਰਮ ਹੈ ਉਹ ਹਰ ਹਿੰਦੂ ਧਰਮੀ ਨੂੰ ਇਹ ਆਗਿਆ ਦਿੰਦਾ ਵੀ ਤੂੰ ਖਟ ਕਰਮ ਕਰਨੇ ਨੇ। ਖਟ ਦਾ ਅਰਥ ਹੈ 6, ਵੀ 6 ਕੰਮ ਤੂੰ ਰੋਜ਼ ਕਰਨੇ ਨੇ। ਉਹ 6 ਕੰਮ ਕਿਹੜੇ ਨੇ? ਸੰਧਿਆ, ਵੀ 3 ਵਕਤ ਸੰਧਿਆ ਕਰਨੀ ਹੈ। ਤਰਪਣ, ਹੱਥਾਂ ਦੇ ਵਿੱਚ ਦਬ ਦੇ ਛੱਲੇ ਜੇ ਪਾ ਕੇ ਤੇ ਸੂਰਜ ਨੂੰ ਪਾਣੀ ਦੇਣਾ, ਇਹਨੂੰ ਤਰਪਣ ਕਹਿੰਦੇ ਨੇ। ਇਹ ਵੀ ਕੰਮ ਕਰਨਾ ਪਵੇਗਾ ਜੇ ਕਿਸੇ ਨੇ ਪੂਰਾ ਹਿੰਦੂ ਬਣਨਾ ਹੋਵੇ। ਅਤੇ ਇਸੇ ਤਰ੍ਹਾਂ ਗਾਇਤਰੀ, ਇਹ ਗਾਇਤਰੀ ਮੰਤਰ ਹੈ। ਹਿੰਦੂ ਲੋਕ ਉਸ ਦੇ ਜਾਪ ਦਾ ਬਹੁਤ ਮਹਾਤਮ ਗਿਣਦੇ ਨੇ ਤੇ ਇਹਨੂੰ ਗੁਪਤ ਜਪਿਆ ਜਾਂਦਾ ਹੈ। ਤੇ ਗਾਇਤਰੀ ਮੰਤਰ ਦਾ ਜਾਪ ਵੀ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਖਟ ਕਰਮਾਂ ਦੀ ਵਿਚਾਰ ਹੈ। ਅਤੇ ਇਸੇ ਤਰ੍ਹਾਂ ਅਤਿਥੀ ਪੂਜਾ, ਜੇ ਕੋਈ ਸਾਧੂ ਮਹਾਤਮਾ ਅਭਿਆਗਾ ਤੁਹਾਡੇ ਪਾਸ ਆ ਜਾਵੇ, ਉਹਦਾ ਸਤਿਕਾਰ ਕਰਨਾ, ਉਹਦੀ ਸੇਵਾ ਕਰਨੀ, ਉਹਦੀ ਟਹਿਲ ਕਰਨੀ, ਇਹ ਵੀ ਖਟ ਕਰਮਾਂ ਦਾ ਇੱਕ ਅੰਗ ਹੈ। ਅਤੇ ਇਸੇ ਤਰ੍ਹਾਂ ਦੇਵ ਅਰਚਨ, ਤੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਚੰਦਨ ਆਦਿਕ ਛਿੜਕਣਾ, ਸੁਗੰਧੀਆਂ ਮਹਿਕਾਉਣੀਆਂ, ਇਹ ਵੀ ਇੱਕ ਖਟ ਕਰਮਾਂ ਦੇ ਵਿੱਚ ਚੀਜ਼ ਆਉਂਦੀ ਹੈ। 6ਵੇਂ ਨੰਬਰ ਤੇ ਹੈ ਹੋਮ, ਹਵਨ। ਇਹ ਹਿੰਦੂ ਧਰਮ ਦੇ ਖਟ ਕਰਮ ਨੇ। ਸੱਚੇ ਪਾਤਸ਼ਾਹ ਜਿਹੜੇ ਐਸੇ ਲੋਕ ਨੇ ਤੇ ਨਾਲੇ ਤਾਂ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਦੇ ਨੇ ਤੇ ਨਾਲ ਹੀ ਹੋਰ ਕਰਮ ਕਾਂਡ ਦੀ ਦਸੀ ਕਿਰਿਆ ਨੂੰ ਕਰਦੇ ਨੇ ਤੇ ਨਾਲ ਹੀ ਆ ਖਟ ਕਰਮ ਕਰਦੇ ਨੇ। ਕਾਹਦੇ ਲਈ? ਵੀ ਤੈਨੂੰ ਮਿਲ ਜਾਈਏ, ਤੇਰੀ ਦਰਗਾਹ ਵਿੱਚ ਪ੍ਰਵਾਨ ਹੋ ਜਾਈਏ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਠੀਕ ਹੈ ਪੁਜਾਰੀ ਲੋਕ ਪੂਜਾ ਵੀ ਬੇਅੰਤ ਕਰ ਰਹੇ ਨੇ, ਤਪਸਵੀ ਲੋਕ ਤਪ ਕਰਦੇ ਨੇ, ਜਾਪੀਏ ਲੋਕ ਜਪ ਕਰਦੇ ਨੇ, ਪੰਡਤ ਲੋਕ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਦੇ ਨੇ, ਹੋਰ ਧਰਮੀ ਹਿੰਦੂ ਕਰਮ ਕਾਂਡ ਤੇ ਖਟ ਕਰਮ ਕਰਦੇ ਨੇ। ਪਰ ਹਜ਼ੂਰ ਕਹਿੰਦੇ ਉਹ ਭਗਤ ਸਾਰਿਆਂ ਨਾਲੋਂ ਭਲੇ ਨੇ, ਜੋ ਭਾਵੈ ਮੇਰੇ ਹਰ ਭਗਵੰਤਾ, ਜਿਹੜੇ ਮੇਰੇ ਉਸ ਖਟ ਪਗਾਂ ਸਪੰਨ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਪਾ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਭਗਤੀ ਕਰਨ ਵਾਲੇ ਹੀ ਵਾਹਿਗੁਰੂ ਦੇ ਮਨ ਨੂੰ ਪਾਉਂਦੇ ਨੇ। ਹੋਰ ਚਾਹੇ ਕੋਈ ਵੀ ਕਰਮ ਕਰੀ ਜਾਵੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਥਾਂ ਥਾਂ ਲਿਖਿਆ ਹੈ, ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤੇ ਹੀ ਹੈ ਪਿੱਗਾ। ਵਾਹਿਗੁਰੂ ਭਗਤੀ ਤੇ ਪ੍ਰਸੰਨ ਹੁੰਦਾ ਹੈ। ਹੋਰ ਮਨੁੱਖ ਦੇ ਵਿੱਚ ਚਾਹੇ ਕਿੰਨੇ ਵੀ ਗੁਣ ਹੋਣ, ਵਾਹਿਗੁਰੂ ਕਦੇ ਵੀ ਪ੍ਰਸੰਨ ਨਹੀਂ ਹੁੰਦਾ। ਬਲਕਿ ਸਤਿਗੁਰੂ ਨੇ ਪਖੰਡ ਦਾ ਖੰਡਨ ਕੀਤਾ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਵਾਹਿਗੁਰੂ ਕਿਸੇ ਵੀ ਪਖੰਡ ਦੀ ਭਗਤੀ ਤੇ ਕਦੇ ਖੁਸ਼ ਨਹੀਂ ਹੋਇਆ, ਨਾ ਹੀ ਹੋਵੇਗਾ। ਵਾਹਿਗੁਰੂ ਗੋਬਿੰਦ ਪਾਓ ਭਗਤ ਦਾ ਭੁੱਖਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਹ ਭਗਤ, ਹਾਂ ਉਹ ਨਵ ਦਾ ਭਗਤੀ ਕਰਨ ਵਾਲੇ ਭਗਤ ਵੀ ਤੇ ਨਾਲ ਜਿਹੜੇ ਅੱਗੇ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਨੇ, ਉਹ ਉਹਨਾਂ ਨਾਲੋਂ ਵੀ ਵੱਧ ਵਾਹਿਗੁਰੂ ਦੇ ਮਨ ਨੂੰ ਪਾਉਂਦੇ ਨੇ। ਇਸ ਲਈ ਉਹੀ ਸਭ ਤੋਂ ਉੱਚੇ ਦਰਜੇ ਦੇ ਮਾਲਕ ਨੇ। ਸਤਿਗੁਰੂ ਦੇ ਬਚਨ ਆਏ ਨੇ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਚਾਹੇ ਦੁਨੀਆ ਵਿੱਚ ਵਿਦਵਾਨ ਹੋਵੇ, ਸੂਰਮਾ ਹੋਵੇ, ਕੋਈ ਰਾਜਾ, ਚਾਹੇ ਕੋਈ ਚੱਕਰਵਰਤੀ ਪਾਤਸ਼ਾਹ ਕਿਉਂ ਨਾ ਹੋਵੇ, ਪਰ ਵਾਹਿਗੁਰੂ ਦੇ ਭਗਤਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਹੋਏ, ਭਗਤਾਂ ਦੀ ਵਡਿਆਈ ਹੈ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨਾ ਕੋਈ। ਹਜ਼ੂਰ ਫਿਰ ਅਕਾਲ ਪੁਰਖ ਦੀ ਉਸਤ ਕਰਦੇ ਨੇ, ਹੇ ਵਾਹਿਗੁਰੂ ਜੀ ਤੂੰ ਆਦ ਪੁਰਖ, ਤੂੰ ਕਰਤਾ ਪੁਰਖ ਹੈ। ਆਦ ਸਭ ਤੋਂ ਪਹਿਲਾਂ, ਪੁਰਖ ਵਿਆਪਕ ਸਰੂਪ ਹੈ, ਅਪਰੰਪਰ ਅਪਰ ਪ੍ਰਕਿਰਤੀ ਤੋਂ ਪਰੇ ਹੈ। ਕਰਤਾ ਜੀ, ਹੇ ਵਾਹਿਗੁਰੂ ਜੀ ਫਿਰ ਤੂੰ ਕਰਤਾ ਸਿਰਜਣਹਾਰ ਵੀ ਹੈ। ਤੁਧ ਜੇਵੜ ਅਵਰ ਨਾ ਕੋਈ, ਹੇ ਵਾਹਿਗੁਰੂ ਜੀ ਤੁਹਾਡੇ ਜਿੱਡਾ ਵੱਡਾ ਕੋਈ ਦਾਤਾ ਹੋਰ ਸੰਸਾਰ ਦੇ ਵਿੱਚ ਨਹੀਂ ਹੋ ਸਕਦਾ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਹੇ ਵਾਹਿਗੁਰੂ ਜੀ ਤੁਸੀਂ ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਹੋ ਤੇ ਹਮੇਸ਼ਾ ਲਈ ਤੁਸੀਂ ਸਾਰੇ ਜੁਗਾਂ ਦੇ ਵਿੱਚ ਨਿਵਾਸ ਕਰ ਰਹੇ ਹੋ ਤੇ ਕਰੋਗੇ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਹੇ ਵਾਹਿਗੁਰੂ ਜੀ ਸਤਜੁਗ ਦੇ ਵਿੱਚ ਤੁਸੀਂ ਸੀ, ਤ੍ਰੇਤੇ ਯੁਗ ਵਿੱਚ ਤੁਸੀਂ ਸੀ, ਦੁਆਪਰ ਦੇ ਵਿੱਚ ਵੀ ਤੁਸੀਂ ਸੀ, ਕਲਯੁਗ ਦੇ ਵਿੱਚ ਵੀ ਇੱਕ ਤੁਸੀਂ ਹੋ। ਤੂੰ ਨਿਹਚਲ ਕਰਤਾ ਸੋਈ। ਹੈ ਵਾਹਿਗੁਰੂ ਜੀ ਚਾਰੇ ਯੁਗਾਂ ਦੇ ਵਿੱਚ ਇੱਕੋ ਹੀ ਤੁਸੀਂ ਆਪ ਵਰਤ ਰਹੇ ਹੋ।
ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਆਖਿਆ ਸੀ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਮਾਨੋ। ਇਹਨਾਂ ਪੰਕਤੀਆਂ ਦੀ ਹੀ ਵਿਆਖਿਆ ਹੋ ਰਹੀ ਹੈ ਵੀ ਜੁਗਾਂ ਜੁਗਾਂ ਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਨਿਵਾਸ ਕਰਦਾ ਹੈ। ਅੱਗੇ ਚੱਲ ਕੇ ਸਤਿਗੁਰੂ ਨੇ ਸੂਰਜ ਦਾ ਦ੍ਰਿਸ਼ਟਾਂਤ ਦਿੱਤਾ ਹੈ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਪਰ ਸੂਰਜ ਇੱਕ ਹੀ ਰਹਿੰਦਾ ਹੈ, ਯੁੱਗ ਬਦਲਦੇ ਰਹਿੰਦੇ ਨੇ ਤੇ ਪਰ ਵਾਹਿਗੁਰੂ ਇੱਕੋ ਹੀ ਰਹਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਤੂੰ ਨਿਚਲ ਕਰਤਾ ਸੋਈ, हे ਵਾਹਿਗੁਰੂ ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਹੈ ਤੇ ਫਿਰ ਨਿਚਲ ਹਮੇਸ਼ਾ ਲਈ ਅਚਲ ਰਹਿਣ ਵਾਲਾ ਹੈ। ਤੇਰਾ ਸਿੰਘਾਸਨ, ਤੇਰੀ ਪਦਵੀ, ਤੇਰੀ ਬਾਦਸ਼ਾਹਤ ਕਦੇ ਚਲਾਏ ਮਨ ਹੋਣ ਵਾਲੀ ਨਹੀਂ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ ਤੁਧ ਆਪੇ ਭਾਵੈ ਸੋਈ ਵਰਤੈ ਜੀ। ਜੋ ਤੁਹਾਨੂੰ ਆਪ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ, ਸੋਈ ਵਰਤੈ ਜੀ। ਉਹੀ ਸੰਸਾਰ ਦੇ ਵਿੱਚ ਵਰਤਦਾ ਹੈ। ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਸੰਸਾਰ ਦੇ ਵਿੱਚ ਵਰਤਦਾ ਹੈ, ਭਾਵ ਹੋ ਰਿਹਾ ਹੈ। ਤੂੰ ਆਪੇ ਕਰਹਿ ਸੋ ਹੋਈ। ਹੈ ਵਾਹਿਗੁਰੂ ਜੀ ਅੱਗੇ ਵਾਸਤੇ ਵੀ ਜੋ ਤੁਸੀਂ ਆਪ ਕਰੋਗੇ ਸੋ ਹੋਈ ਉਹੀ ਹੋਵੇਗਾ, ਕਿਉਂਕਿ ਆਪ ਜੀ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਕਿਸੇ ਕਵੀ ਨੇ ਵੀ ਬੜਾ ਸੁੰਦਰ ਲਿਖਿਆ ਹੈ, ਬਿਨਾ ਹੁਕਮ ਨਾ ਝੂਲੇ ਪਾਤਾ, ਸੋ ਹੋਵੇ ਜੋ ਕਰੇ ਵਿਦਾਤਾ। ਹਜ਼ੂਰ ਕਹਿੰਦੇ ਨੇ, हे ਵਾਹਿਗੁਰੂ ਜੀ ਜੋ ਤੁਸੀਂ ਪਿੱਛੇ ਕੀਤਾ ਉਹੀ ਹੋਇਆ ਹੈ, ਜੋ ਅੱਗੇ ਲਈ ਕਰੋਗੇ ਉਹੀ ਹੋਵੇਗਾ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। हे ਵਾਹਿਗੁਰੂ ਜੀ ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ। ਇਸ ਤਰ੍ਹਾਂ ਵਾਹਿਗੁਰੂ ਨੇ ਇੱਕੋ ਹੀ ਕੁਆਓ ਬੋਲ ਤੋਂ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ। ਤੁਧ ਆਪੇ ਸਿਰਜ ਸਭ ਗੋਈ। ਹਜ਼ੂਰ ਕਹਿੰਦੇ ਤੁਸਾਂ ਆਪ ਹੀ ਸਿਰਜ ਕੇ ਤੇ ਸਭ ਗੋਈ, ਫਿਰ ਉਹ ਵਿਨਾਸ਼ ਵੀ ਤੁਸਾਂ ਆਪ ਹੀ ਕੀਤੀ ਹੈ। ਜਿਹੜਾ ਗੋਈ ਦਾ ਅਰਥ ਹੈ ਮਿਲਾਈ, ਬੁਲਾਈ ਤੇ ਛਪਾਈ। ਕਿਉਂਕਿ ਗੋਈ ਫਾਰਸੀ ਦਾ ਲਫ਼ਜ਼ ਹੈ, ਇਸ ਦਾ ਅਰਥ ਹੁੰਦਾ ਬੋਲਣਾ। ਉੱਥੋਂ ਗੋਈ ਦਾ ਅਰਥ ਹੋ ਗਿਆ ਵੀ ਸ੍ਰਿਸ਼ਟੀ ਬੁਲਾਈ, ਭਾਵ ਆਪ ਹੀ ਤੁਸਾਂ ਸਾਜਿਆ ਤੇ ਆਪ ਹੀ ਸੁਨੇਹਾ ਭੇਜ ਕੇ ਸੱਦ ਲਿਆ। ਇਸ ਤਰ੍ਹਾਂ ਗੋਈ ਦਾ ਅਰਥ ਹੈ। ਦੂਸਰਾ ਹੈ ਗੋਈ ਦਾ ਅਰਥ ਗੁਪਤ, ਛਪਾਉਣਾ। ਇਸ ਸ੍ਰਿਸ਼ਟੀ ਨੂੰ ਸਾਕਾਰ ਵੀ ਤੁਸੀਂ ਕੀਤਾ ਤੇ ਫਿਰ ਆਪਣੇ ਵਿੱਚ ਹੀ ਇਸ ਨੂੰ ਤੁਸੀਂ ਲੁਕਾ ਲੈਂਦੇ ਹੋ, ਉਹ ਵੀ ਅਰਥ ਇਹਦਾ ਠੀਕ ਹੀ ਢੁਕਦਾ ਹੈ। ਤੇ ਗੋਈ ਦਾ ਅਰਥ ਦੂਸਰਾ ਹੁੰਦਾ ਪੰਜਾਬੀ ਦਾ ਅਰਥ ਗੁੰਨਣਾ, ਵੀ ਆਟਾ ਗੁੰਨਣਾ, ਪਾਣੀ ਵਿੱਚ ਮਿਲਾ ਦੇਣਾ। ਤੀਸਰਾ ਅਰਥ ਹੋ ਗਿਆ ਮਿਲਾਈ। ਤੇ ਜਿੰਨੀ ਸ੍ਰਿਸ਼ਟੀ ਤੁਸੀਂ ਪੈਦਾ ਕੀਤੀ ਹੈ ਤੇ ਫਿਰ ਉਹਨੂੰ ਤੁਸੀਂ ਆਪਣੇ ਵਿੱਚ ਹੀ ਮਿਲਾ ਲੈਂਦੇ ਹੋ। ਇਸ ਤਰ੍ਹਾਂ ਇਹ ਗੋਈ ਦੇ ਅਰਥ ਤਿੰਨ ਸੰਕੇਤੀ ਅਰਥ ਹੋ ਗਏ। हे ਵਾਹਿਗੁਰੂ ਜੀ ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਸਿਰਜ ਕੇ ਤੁਸੀਂ ਇਹਨੂੰ ਗੋਈ ਦਾ ਅਰਥ ਆਪਣੇ ਵਿੱਚ ਮਿਲਾਇਆ ਹੈ, ਆਪਣੇ ਵਿੱਚ ਅਭੇਦ ਕੀਤਾ ਹੈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। हे ਪਿਆਰੇ ਜੀ, ਅਸੀਂ ਤੇ ਦਾਸ ਹਰ ਵੇਲੇ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਹੇ ਹਾਂ। ਇਹ ਦਾਸ ਹਮੇਸ਼ਾ ਲਈ ਉਸ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਿਹਾ ਹੈ, ਜੋ ਸਭ ਸਹਿ ਕਾ ਜਾਣ ਹੋਈ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਅਸੀਂ ਉਸ ਕਰਤਾ ਪੁਰਖ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ ਜੋ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਇਹ ਇੱਕ ਵਾਹਿਗੁਰੂ ਦਾ ਖਾਸ ਗੁਣ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਹਰ ਮਨੁੱਖ ਦੇ ਹਿਰਦੇ ਦੀ ਗੱਲ ਨੂੰ ਜਾਣਦਾ ਹੈ। ਠੀਕ ਹੈ, ਦੂਸਰਾ ਭਾਵੇਂ ਸਾਡੀ ਦਿਲ ਦੀ ਗੱਲ ਨੂੰ ਸਮਝ ਸਕੇ ਨਾ ਸਮਝ ਸਕੇ, ਪਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਦਿਲ ਦੀ ਗੱਲ ਨੂੰ ਜਾਣਦਾ ਹੈ। ਕੋਈ ਉਸ ਤੋਂ ਛੁਪਾ ਨਹੀਂ ਸਕਦਾ। ਚਾਹੇ ਅਸੀਂ ਲੋਕਾਂ ਤੋਂ ਕੋਈ ਆਪਣਾ ਕਾਰਨਾਮਾ ਛੁਪਾ ਸਕਦੇ ਹਾਂ, ਕਿਉਂਕਿ ਮਨੁੱਖ ਦਾ ਸੁਭਾਅ ਹੁੰਦਾ ਹੈ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਫਿਰ ਤੇ ਗੱਜ ਵੱਜ ਕੇ ਕਰਦਾ ਹੈ, ਵੀ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਮੈਂ ਆ ਚੰਗਾ ਕੰਮ ਕੀਤਾ ਹੈ। ਤੇ ਜਦੋਂ ਕੋਈ ਮਾੜਾ ਕੰਮ ਕਰਨਾ ਹੋਵੇ ਫਿਰ ਹਮੇਸ਼ਾ ਲਈ
ਪਰਦੇ ਵਿੱਚ ਕਰਦਾ ਹੈ, ਲੋਕੇ ਕਰਦਾ ਵੀ ਕਿਸੇ ਨੂੰ ਪਤਾ ਨਾ ਲੱਗੇ। ਕਿਉਂਕਿ ਮਨੁੱਖ ਨੂੰ ਡਰ ਰਹਿੰਦਾ ਹੈ ਵੀ ਚੰਗੇ ਕੰਮ ਦੇ ਨਾਲ ਸ਼ੋਹਰਤ ਮਿਲਦੀ ਹੈ, ਤੇ ਜੇ ਮਾੜਾ ਕੰਮ ਲੋਕਾਂ ਨੂੰ ਪਤਾ ਲੱਗ ਗਿਆ ਬਦਨਾਮੀ ਹੋਵੇਗੀ, ਪਛੇਮਾਨ ਹੋਣਾ ਪਵੇਗਾ, ਮੂੰਹ ਦਿਖਾਉਣਾ ਔਖਾ ਹੋ ਜਾਵੇਗਾ। ਤੇ ਮਨੁੱਖ ਇਸ ਲਈ ਆਪਣੇ ਔਗਣਾਂ ਨੂੰ, ਆਪਣੇ ਜੁਰਮਾਂ ਨੂੰ, ਆਪਣੇ ਗੁਨਾਹਾਂ ਨੂੰ ਛੁਪਾ ਕੇ ਰੱਖਣ ਦਾ ਆਦੀ ਹੈ। ਪਰ ਭਗਤ ਕਬੀਰ ਜੀ ਨੇ ਬੜੀ ਸੁੰਦਰ ਸਿੱਖਿਆ ਦਿੱਤੀ ਹੈ। ਉਹ ਕਹਿੰਦੇ ਨੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਾਹਿਬ ਜਾ ਪੂਛੇ ਧਰਮ ਰਾਏ। ਮਨੁੱਖ ਚਾਹੇ ਕਿੰਨੇ ਵੀ ਆਪਣੇ ਪਾਪਾਂ ਨੂੰ ਲੁਕਾ ਕੇ ਰੱਖ ਲਵੇ, ਪਰ ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਇਆ ਨਾ, ਤਾਂ ਉਸ ਵੇਲੇ ਤਾਂ ਉਹਨਾਂ ਦਾ ਹਿਸਾਬ ਕਿਤਾਬ ਦੇਣਾ ਹੀ ਪਵੇਗਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਇਹ ਕਰਮਾਂ ਦਾ ਫਲ ਹੁੰਦਾ ਹੈ। ਕੋਈ ਪਰਮੇਸ਼ਰ ਦੇ ਨੇੜੇ ਚਲਿਆ ਜਾਂਦਾ, ਕੋਈ ਦੂਰ ਚਲਿਆ ਜਾਂਦਾ। ਗੱਲ ਇਹ ਹੈ ਵੀ ਚਾਹੇ ਮਨੁੱਖ ਕਿੰਨਾ ਵੀ ਆਪਣੇ ਪਾਪਾਂ ਨੂੰ ਛੁਪਾਵੇ, ਇੱਕ ਨਾ ਇੱਕ ਦਿਨ ਉਹ ਉਜਾਗਰ ਜ਼ਰੂਰ ਹੋ ਜਾਂਦੇ ਨੇ। ਅੰਦਰ ਬਹਿ ਕੇ ਕਰਮ ਕਮਾਵੇ, ਸੋ ਚਾਹੋ ਕੁੰਡੀ ਜਾਣੀ ਹੈ। ਚਾਹੇ ਅਸੀਂ ਅੰਦਰ ਬੈਠ ਕੇ ਲੁਕਵਾਂ ਕੰਮ ਕਰੀਏ, ਪਰ ਸਮਾਂ ਆਉਣ ਤੋਂ ਉਹ ਇੱਕ ਨਾ ਇੱਕ ਦਿਨ ਪ੍ਰਗਟ ਹੋ ਹੀ ਜਾਂਦਾ ਹੈ। ਸਾਡੇ ਮੂੰਹੋਂ ਹੀ ਕਿਤੇ ਗੱਲ ਨਿਕਲ ਜਾਂਦੀ ਹੈ। ਇਸ ਲਈ ਮਨੁੱਖ ਦਾ ਸੁਭਾਅ ਹੈ, ਇਹ ਆਪਣੇ ਕਿਸੇ ਵੀ ਇੰਦਰੀਏ ਤੇ, ਸਰੀਰ ਤੇ ਕੰਟਰੋਲ ਨਹੀਂ ਰੱਖ ਸਕਦਾ। ਆਪਾਂ ਇਹ ਗੱਲ ਤਾਂ ਅਕਸਰ ਸਾਰੇ ਕਹਿ ਦਿੰਦੇ ਹਾਂ ਬਈ ਮਨ ਟਿਕਦਾ ਨਹੀਂ, ਮਨ ਤੇ ਕੰਟਰੋਲ ਕਰਨਾ ਬਹੁਤ ਔਖੀ ਗੱਲ ਹੈ। ਚਲੋ ਮਨ ਦੀ ਗੱਲ ਤੇ ਵੱਖਰੀ ਹੈ, ਪਰ ਅਸੀਂ ਆਪਣੇ ਸਰੀਰ ਤੇ ਕੰਟਰੋਲ ਹੀ ਕਰਕੇ ਵੇਖ ਲਈਏ, ਇਹ ਵੀ ਬਹੁਤ ਵੱਡੀ ਗੱਲ ਹੈ। ਤੁਸੀਂ ਆਪਣੀ ਜ਼ੁਬਾਨ ਤੋਂ ਕਦੀ ਝੂਠ ਨਾ ਬੋਲੋ, ਕਿਸੇ ਦੀ ਨਿੰਦਿਆ ਨਾ ਕਰੋ, ਅੱਖਾਂ ਦੇ ਨਾਲ ਪਰਾਏ ਰੂਪ ਵੱਲ ਵਿਕਾਰ ਦ੍ਰਿਸ਼ਟੀ ਨਾਲ ਨਾ ਦੇਖੋ, ਕੰਨਾਂ ਨਾਲ ਕੋਈ ਨਿੰਦਿਆ ਚੁਗਲੀ ਨਾ ਸੁਣੋ, ਭੈੜੇ ਗੀਤ ਸੰਗੀਤ ਨੂੰ ਨਾ ਸੁਣੋ, ਸਰੀਰ ਨੂੰ ਸੰਭਾਲ ਲਓ। ਇਹ ਵੀ ਬਹੁਤ ਵੱਡੀ ਗੱਲ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸੂਆਣੇ ਵਾਲੇ ਮਹਾਂਪੁਰਖ ਹੋਏ ਨੇ। ਉਹਨਾਂ ਦੇ ਪਾਸ ਕਿਸੇ ਪ੍ਰੇਮੀ ਨੇ ਆ ਕੇ ਸਵਾਲ ਕੀਤਾ, ਕਹਿਣ ਲੱਗਾ, ਮਹਾਂਪੁਰਖੋ ਠੀਕ ਹੈ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਪਰ ਮਨ ਤੇ ਟਿਕਦਾ ਨਹੀਂ, ਇਹਦਾ ਵੀ ਕੁਛ ਲਾਭ ਹੈ? ਤੇ ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਭਾਈ ਇਹ ਜਿਹੜੀ ਮਨ ਦੀ ਗੱਲ ਹੈ ਤੇ ਵਸ ਕਰਨਾ ਬੜੀ ਦੂਰ ਦੀ ਗੱਲ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਤੇ ਤਾਂ ਵਸ ਵਿੱਚ ਆਉਂਦਾ ਹੈ ਜੇ ਵਾਹਿਗੁਰੂ ਦੀ ਫੁੱਲ ਕਿਰਪਾ ਹੋਵੇ, ਪੂਰਨ ਕਿਰਪਾ ਹੋ ਜਾਵੇ। ਪਰ ਹਾਂ, ਜਿਹੜੀ ਚੀਜ਼ ਦਾ ਅਸੀਂ ਕੰਟਰੋਲ ਕਰ ਸਕਦੇ ਹਾਂ, ਜਿਹੜੀ ਚੀਜ਼ ਸਾਡੇ ਸਾਹਮਣੇ ਦਿਸਦੀ ਹੈ, ਅਸੀਂ ਉਹਨੂੰ ਤਾਂ ਸੰਭਾਲ ਲਈਏ ਨਾ। ਮਹਾਂਪੁਰਖਾਂ ਨੇ ਉਸ ਵੇਲੇ ਬੜੀ ਸੁੰਦਰ ਉਦਾਹਰਣ ਦਿੱਤੀ। ਉਹਨਾਂ ਦੇ ਜੀਵਨ ਦੇ ਵਿੱਚ ਇਹ ਦੋਹਰਾ ਆਉਂਦਾ ਹੈ, ਮਨ ਜਾਤਾ ਤੋ ਜਾਣ ਦੇ ਅਸਥ ਰੱਖ ਸਰੀਰ। ਕਹਿੰਦੇ ਭਲਿਆ ਲੋਕਾ, ਜੇ ਤੇਰਾ ਮਨ ਕਿਸੇ ਪਾਸੇ ਜਾਂਦਾ ਹੈ ਨਾ, ਇਹਨੂੰ ਜਾਣ ਦੇ, ਕਿਉਂਕਿ ਮਨ ਤੇਰੇ ਵੱਸ ਵਿੱਚ ਹੈ ਹੀ ਨਹੀਂ, ਤੂੰ ਇਹਨੂੰ ਕਾਬੂ ਨਹੀਂ ਕਰ ਸਕਦਾ, ਤੂੰ ਇਹਨੂੰ ਰੋਕ ਕੇ ਨਹੀਂ ਰੱਖ ਸਕਦਾ। ਮਨ ਜਾਤਾ ਤੋ ਜਾਣ ਦੇ ਅਸਥ ਰੱਖ ਸਰੀਰ। ਇਹ ਸਰੀਰ ਤਾਂ ਸਥੂਲ ਹੈ, ਇਹਨੂੰ ਤਾਂ ਤੂੰ ਰੋਕ ਹੀ ਸਕਦਾ ਹੈ। ਜੇ ਤੇਰਾ ਮਨ ਮਾੜੇ ਪਾਸੇ ਜਾਂਦਾ, ਸਰੀਰ ਨੂੰ ਤੇ ਬਚਾ ਮਾੜੇ ਪਾਸੇ ਜਾਣ ਤੋਂ। ਹੱਥਾਂ ਨਾਲ ਕੋਈ ਚੋਰੀ ਨਾ ਕਰ, ਯਾਰੀ ਨਾ ਕਰ, ਪੈੜੇ ਪਾਸੇ ਨਾ ਜਾ। ਜੋ ਮਨ ਨੂੰ ਨਹੀਂ ਰੋਕ ਸਕਦਾ, ਸਰੀਰ ਨੂੰ ਰੋਕ ਲਾ। ਔਰ ਇਹਦਾ ਫਲ ਅੱਗੇ, ਇਹਦਾ ਨਤੀਜਾ ਕੀ ਹੁੰਦਾ, ਇਹਦੇ ਬਾਰੇ ਅੱਗੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਮਨ ਜਾਤਾ ਤੋ ਜਾਣਦੇ ਅਸ ਰੱਖ ਸਰੀਰ, ਚਿੱਲੇ ਚੜੀ ਕਮਾਨ ਬਿਨ ਕਿਉਂ ਕਰ ਨਿਕਸੈ ਤੀਰ। ਜਿੰਨਾ ਚਿਰ ਤੱਕ ਤੀਰ ਪੱਥੇ ਵਿੱਚ ਪਿਆ ਹੋਇਆ ਹੈ ਨਾ, ਤੇ ਧਨਕ ਦੇ ਚਿੱਲੇ ਤੇ ਨਹੀਂ ਚੜਿਆ, ਉਹ ਤੀਰ ਤੁਹਾਡਾ ਕੋਈ ਨੁਕਸਾਨ ਨਹੀਂ ਕਰੇਗਾ। ਜੇ ਹੁਣ ਗੋਲੀ ਚੈਂਬਰ ਦੇ ਵਿੱਚ ਪਈ ਹੈ ਤੇ ਘੋੜਾ ਨਹੀਂ ਦਬਾਓਗੇ, ਗੋਲੀ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ। ਚਿੱਲੇ ਚੜੀ ਕਮਾਨ ਬਿਨ ਕਿਉਂ ਕਰ ਨਿਕਸੈ ਤੀਰ। ਜਦੋਂ ਉਹੀ ਤੀਰ ਧਨਕ ਦੇ ਚਿੱਲੇ ਤੇ ਚੜ ਜਾਂਦਾ ਹੈ ਨਾ, ਤੇ ਧਨਕ ਦੀ ਤੰਦੀ ਨੂੰ ਖਿੱਚ ਕੇ ਕੋਈ ਸੂਰਮਾ ਛੱਡਦਾ ਹੈ, ਤੇ ਫਿਰ ਉਹ ਕਈਆਂ ਨੂੰ ਚੀਰ ਕੇ ਪਾਰ ਹੋ ਜਾਂਦਾ ਹੈ। ਇਹ ਜਿਹੜਾ ਸਾਡਾ ਮਨ ਹੈ, ਇਹ ਤੀਰ ਹੈ, ਤੇ ਜਿਹੜਾ ਸਰੀਰ ਹੈ, ਇਹ ਇੱਕ ਕਮਾਨ ਹੈ। ਜਿਵੇਂ ਚਿੱਲੇ ਤੇ ਚੜ ਕੇ ਹੀ ਤੀਰ ਨੁਕਸਾਨ ਕਰਦਾ ਹੈ, ਇਸੇ ਤਰ੍ਹਾਂ ਜਦੋਂ ਤਨ ਤੇ ਮਨ ਦੋਵੇਂ ਰਲ ਜਾਂਦੇ ਨੇ, ਅਸੀਂ ਵੀ ਮਨ ਦੇ ਪਿੱਛੇ ਲੱਗ ਕੇ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਮਨ ਸਾਡੇ ਪਾਸੋਂ ਕਰਵਾਉਣਾ ਚਾਹੁੰਦਾ ਹੈ, ਤੇ ਸਮਝ ਲਓ ਤੀਰ ਚਿੱਲੇ ਤੇ ਚੜ ਗਿਆ। ਜਦੋਂ ਤੀਰ ਚਿੱਲੇ ਤੇ ਚੜ ਗਿਆ
ਤੇ ਫਿਰ ਉਹਨੇ ਨੁਕਸਾਨ ਕਰਨਾ ਹੀ ਕਰਨਾ ਹੈ। ਜਦੋਂ ਗੋਲੀ ਚੈਂਬਰ ਦੇ ਵਿੱਚ ਆ ਗਈ ਤੇ ਘੋੜਾ ਦੱਬਿਆ ਗਿਆ, ਫਿਰ ਉਹਨੇ ਤੇ ਨੁਕਸਾਨ ਕਰਨਾ ਹੀ ਕਰਨਾ ਹੈ। ਇਹ ਮਨ ਗੋਲੀ ਹੈ, ਸਾਡਾ ਸਰੀਰ ਇਹ ਇੱਕ ਸਮਝ ਲਓ ਬੰਦੂਕ ਹੈ, ਗਨ ਹੈ। ਬਸ ਅਸੀਂ ਇਹਨਾਂ ਨੂੰ ਅਲੱਗ-ਅਲੱਗ ਰੱਖੋ। ਜੋ ਮਨ ਕਹਿੰਦਾ ਉਹ ਤੁਸੀਂ ਨਾ ਕਰੋ। ਜਿਵੇਂ ਆਮ ਇੱਥੇ ਦਾ ਕਈ ਮੁਲਕਾਂ ਦਾ ਅਸੂਲ ਵੀ ਹੈ, ਜੇ ਤੁਸੀਂ ਘਰੇ ਅਸਲਾ ਰੱਖਣਾ ਵੀ ਹੈ ਨਾ, ਉਹ ਕਹਿੰਦੇ ਤੁਸੀਂ ਗੋਲੀਆਂ ਪਾਸੇ ਰੱਖੋ ਤੇ ਗਨ ਪਾਸੇ ਰੱਖੋ, ਤਾਂ ਕਿ ਕਈ ਵਾਰੀ ਭੁਲੇਖੇ ਦੇ ਨਾਲ ਆਪ ਤੋਂ ਵੀ ਕੋਈ ਘੋੜਾ ਦੱਬਿਆ ਜਾ ਸਕਦਾ, ਕੋਈ ਗਲਤੀ ਹੋ ਸਕਦੀ, ਬੱਚੇ ਵੀ ਕੋਈ ਸ਼ਰਾਰਤ ਕਰ ਸਕਦੇ ਨੇ, ਕੋਈ ਨੁਕਸਾਨ ਨਾ ਹੋਵੇ। ਗੋਲੀਆਂ ਪਾਸੇ ਪਈਆਂ, ਗਨ ਪਾਸੇ ਪਈ ਹੈ, ਕੋਈ ਡਰ ਨਹੀਂ। ਮਨ ਇੱਕ ਪਾਸੇ ਕਰ ਦਿਓ, ਸਰੀਰ ਨੂੰ ਅਲੱਗ ਕਰ ਦਿਓ, ਫਿਰ ਕੋਈ ਡਰ ਨਹੀਂ। ਸਰੀਰ ਕਰਕੇ ਪਾਪਾਂ ਤੋਂ ਵਿਕਾਰਾਂ ਤੋਂ ਬਚੇ ਰਹੋ ਤੇ ਇਹਦੇ ਨਾਲ ਹੀ ਤੁਹਾਡੇ ਤੇ ਗੁਰੂ ਦੀ ਕਿਰਪਾ ਹੋ ਜਾਵੇਗੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ, ਅੰਤਰਜਾਮੀ ਹੈ, ਦਿਲਾਂ ਦਾ ਮਹਿਰਮ ਹੈ। ਬਈ ਅਸੀਂ ਤੇ ਉਸ ਮਾਲਕ ਦੇ ਗੁਣ ਗਾ ਰਹੇ ਹਾਂ ਤੇ ਸਾਨੂੰ ਵੀ ਇਹ ਸਿੱਖਿਆ ਸਤਿਗੁਰੂ ਨੇ ਬਖਸ਼ੀ ਹੈ, ਭਾਈ ਤੁਸੀਂ ਵੀ ਉਸ ਮਾਲਕ ਦੇ ਗੁਣ ਗਾਓ, ਇਹਦੇ ਨਾਲ ਹੀ ਤੁਹਾਨੂੰ ਉਹਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਉਹ ਸਾਡੇ ਦਿਲਾਂ ਦਾ ਜਾਣੂ ਹੈ, ਉਹ ਸਾਡੇ ਦਿਲਾਂ ਦਾ ਭੇਤੀ ਹੈ। ਉਹ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਣਾ ਚਾਹੀਦਾ, ਉਸ ਨੂੰ ਲੁਕਾ ਕੇ ਅਸੀਂ ਰੱਖ ਹੀ ਨਹੀਂ ਸਕਦੇ। ਕਿਵੇਂ ਰੱਖੋਗੇ? ਉਹ ਸਾਡੇ ਅੰਦਰ ਤੇ ਬੈਠਾ ਹੈ, ਜਿਹੜਾ ਅੰਦਰ ਦਾ ਭੇਤੀ ਹੈ, ਘਰ ਦਾ ਭੇਤੀ, ਉਹਨੂੰ ਕਿਵੇਂ ਤੁਸੀਂ ਲੁਕਾਓਗੇ? ਕੋਈ ਬੱਚਾ ਆਪਣੇ ਮਾਂ ਤੋਂ ਕੀ ਲੁਕਾ ਕੇ ਰੱਖ ਸਕਦਾ? ਇਸੇ ਤਰ੍ਹਾਂ ਵਾਹਿਗੁਰੂ ਤੇ ਭਰੋਸਾ ਰੱਖੋ, ਜੋ ਸਭ ਸਹਿ ਕਾ ਜਾਣ ਹੋਈ, ਉਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਤੇ ਜੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਵੇ ਨਾ ਭਈ ਵਾਹਿਗੁਰੂ ਸਾਡੇ ਦਿਲ ਦੀਆਂ ਜਾਣਦਾ ਹੈ, ਅਸੀਂ ਕੋਈ ਮਾੜਾ ਕਰ ਵੀ ਨਹੀਂ ਸਕਾਂਗੇ। ਮਾੜਾ ਅਸੀਂ ਉਦੋਂ ਹੀ ਕਰਦੇ ਹਾਂ ਜਦੋਂ ਅਸੀਂ ਇਹ ਸਮਝ ਲਈਏ ਵੀ ਰੱਬ ਹੈ ਹੀ ਨਹੀਂ, ਪਤਾ ਨਹੀਂ ਕਿੱਥੇ ਹੋਊਗਾ। ਫਿਰ ਹੀ ਅਸੀਂ ਪਾਪ ਕਰਦੇ ਹਾਂ, ਬਦੀਆਂ ਕਰਦੇ ਹਾਂ, ਝੂਠ ਬੋਲਦੇ ਹਾਂ, ਕਈ ਤਰ੍ਹਾਂ ਦੇ ਬਹਾਨੇ ਕੱਢਦੇ ਹਾਂ। ਜੇ ਪਤਾ ਵੀ ਸਾਡੇ ਅੰਦਰ ਰੱਬ ਬੈਠਾ ਹੈ, ਉਹ ਸਾਡੇ ਦਿਲ ਦੀਆਂ ਗੱਲਾਂ ਜਾਣਦਾ, ਅਸੀਂ ਕਦੇ ਝੂਠੀਆਂ ਸਹੁੰ ਨਾ ਖਾਈਏ, ਅਸੀਂ ਕਦੇ ਗੁਰੂ ਤੋਂ ਮੁਨਕਰ ਨਾ ਹੋਈਏ, ਕਦੇ ਅਸੀਂ ਸੰਗਤ ਦੇ ਵਿੱਚ ਸਤਿਗੁਰੂ ਦੇ ਸਾਹਮਣੇ ਝੂਠ ਨਾ ਬੋਲੀਏ। ਇਹ ਮਨ ਦੀ ਗੱਲ ਹੀ ਹੈ ਨਾ ਸਾਰੀ। ਜੇ ਸਮਝ ਲਈਏ ਤੂੰ ਸਭ ਸਹਿ ਕਾ ਜਾਣੋ, ਤੂੰ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ, ਫਿਰ ਕੋਈ ਪਾਪ ਨਹੀਂ, ਕੋਈ ਛਪਾ ਨਹੀਂ, ਕੋਈ ਅਸੀਂ ਮਾੜਾ ਕੰਮ ਨਹੀਂ ਕਰ ਸਕਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪਾਵਨ ਪਵਿੱਤਰ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।